शब्द पारब्रह्म शब्द सतगुरु ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਇਮਾਨ ਆਦਰਯੋਗ ਸਨਮਾਨਯੋਗ ਸਤਸੰਗੀ ਜਨੋਂ ਵਡਭਾਗੇ ਹੋ, ਗੁਰੂ ਆਸੀਸ ਤੇ ਪਾਤਰ ਹੋ। ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸਤਿਗੁਰਾਂ ਦੇ ਮੁਬਾਰਕ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਾਵਨ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ, ਜਿਸ ਤਹਿਤ ਆਪ ਜੀ ਨੇ ਅੱਜ ਦਾ ਜੋ ਮੁਬਾਰਕ ਪਾਵਨ ਬਚਨ ਵਿਚਾਰ ਅਧੀਨ ਹੈ, ਪਾਵਨ ਮੁਬਾਰਕ ਬਚਨ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਤਿੰਨਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਭਾਗਾਂ ਵਾਲਿਓ, ਯਤਨ ਕਰਾਂਗਾ ਆਪ ਜੀ ਦੇ ਨਾਲ ਮੁਬਾਰਕ ਪਾਵਨ ਬਚਨ ਦੀ ਵਿਚਾਰ ਕਰਨੀ ਹੈ। ਵਿਚਾਰਕ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਆਸੀਸ ਬਖਸ਼ੋ। ਆਪਣੀ ਅਤੇ ਦਾਸਰੇ ਦੀ ਹਾਜ਼ਰੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਲਗਵਾਈਏ। ਸਤਿਗੁਰੂ ਜੀ ਆਪ ਰਹਿਮਤਾਂ ਕਰਨ, ਬਖਸ਼ਿਸ਼ ਭਰਿਆ ਹੱਥ ਰੱਖ ਕਰਕੇ ਪਾਵਨ ਸ਼ਬਦ ਦੀ ਵਿਚਾਰ ਕਰਵਾ ਲੈਣ। ਵਿਚਾਰਕ ਆਰੰਭਤਾ ਤੋਂ ਪਹਿਲਾਂ ਆਸੀਸ ਬਖਸ਼ੋ। ਗੁਰੂ ਫਤਿਹ ਨਾਲ ਸਾਂਝ ਪਾਈਏ, ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਅੱਜ ਦਾ ਮੁਬਾਰਕ ਸ਼ਬਦ ਵਿਚਾਰ ਅਧੀਨ ਹੈ। ਗੁਰਮਤਿ ਦੇ ਫਲਸਫੇ ਦੇ ਵਿੱਚ ਦੋ ਸ਼ਖਸੀਅਤਾਂ ਬਹੁਤ ਮਹਾਨ ਹਨ। ਇੱਕ ਹਨ ਅਕਾਲ ਪੁਰਖ ਵਾਹਿਗੁਰੂ ਤੇ ਦੂਸਰੇ ਹਨ ਗੁਰੂ। ਤੇ ਜਗਿਆਸੂ ਹੈ ਸਿੱਖ। ਸਿੱਖ ਨੇ ਗੁਰੂ ਕੋਲ ਆਉਣਾ ਹੈ, ਗੁਰੂ ਦੇ ਚਰਨਾਂ ਤੇ ਨਮਸਕਾਰ ਕਰਕੇ ਸਤ ਸੰਗਤ ਵਿੱਚ ਬੈਠਣਾ ਹੈ। ਤੇ ਜਦੋਂ ਗੁਰੂ ਦੀ ਰਹਿਮਤ ਹੋ ਜਾਏ ਤੇ ਸਤਿਗੁਰੂ ਮਹਾਰਾਜ ਜੀ ਦਾ ਦਿੱਤਾ ਉਪਦੇਸ਼ ਅਣਜਾਣ ਨੂੰ ਸਿਆਣਾ ਬਣਾ ਦਿੰਦਾ ਹੈ। ਗੁਰੂ ਉਪਦੇਸ਼ ਇਸ ਨੂੰ ਜੀਵਨ ਦੇ ਵਿੱਚ ਜਿਉਣ ਦਾ ਢੰਗ ਸਿਖਾਉਂਦਾ ਹੈ। ਆਪਾਂ ਬਾਵਨ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗਾ ਦੁੱਖ। ਜਦੋਂ ਗੁਰੂ ਨੂੰ ਆ ਕੇ ਮਿਲਿਆ ਜਾਏ, ਸਤ ਸੰਗਤ ਸਤਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੰਗਤ ਪਾਠਸ਼ਾਲਾ ਹੈ, ਜਿਸ ਵਿੱਚੋਂ ਆ ਕੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਸਿੱਖਿਆ ਜਾਂਦਾ ਹੈ। ਪਰ ਹਾਂ, ਗੁਰੂ ਕੋਲੇ ਆਉਣਾ, ਗੁਰੂ ਦੀ ਸੰਗਤ ਵਿੱਚ ਬੈਠ ਜਾਣਾ, ਇਹ ਤਰਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ।
ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਨੂੰ ਧੁਰ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾਏ, ਉਹਨਾਂ ਦਾ ਗੁਰੂ ਨਾਲ ਮੇਲ ਹੋ ਜਾਂਦਾ ਹੈ। ਅੱਜ ਦੇ ਮੁਬਾਰਕ ਬਚਨ ਦੇ ਅੰਦਰ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਇਹੀ ਬਖਸ਼ਿਸ਼ ਕੀਤੀ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨਾਲ ਐਸੀ ਸਾਂਝ ਬਣ ਗਈ। ਉਸ ਅਕਾਲ ਪੁਰਖ ਵਾਹਿਗੁਰੂ ਨੇ, ਕਿਰਪਾ ਦੇ ਦਾਤੇ ਨੇ, ਦਇਆ ਦੇ ਘਰ ਵਿੱਚ ਆ ਕੇ ਰਹਿਮਤਾਂ ਕੀਤੀਆਂ ਤੇ ਸੱਚੇ ਸਤਿਗੁਰੂ ਦਾ ਮਾਰਗ ਦੱਸ ਦਿੱਤਾ। ਐਸੋ ਪਰਚੋ ਪਾਇਓ। ਪਰਚੋ ਦਾ ਅਰਥ ਹੈ ਪਰਿਚੈ, ਮਿੱਤਰਤਾਈ, ਸਾਂਝ। ਸੰਸਾਰਕ ਤੌਰ ਤੇ ਨਾ ਜੀ, ਬੰਦਾ ਸੰਸਾਰ ਤੇ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਇਹਨੂੰ ਕਈ ਰਿਸ਼ਤੇ ਬਣੇ ਬਣਾਏ ਮਿਲਦੇ ਹਨ, ਜਿਹਦੇ ਵਿੱਚ ਮਾਂ-ਬਾਪ ਹੈ, ਭੈਣ ਭਰਾ ਹਨ। ਇਹ ਰਿਸ਼ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਨੇ। ਪਰ ਕੁਝ ਰਿਸ਼ਤੇ ਐਸੇ ਹੁੰਦੇ ਨੇ ਜਿਹੜਾ ਮਨੁੱਖ ਆਪ ਸਮਾਜ ਵਿੱਚ ਵਿਚਰ ਕੇ ਬਣਾਉਂਦਾ ਹੈ। ਕਿਸੇ ਦੇ ਵਿਚਾਰ ਚੰਗੇ ਲੱਗੇ, ਕਿਸੇ ਦੇ ਖਿਆਲਾਤ ਬਹੁਤ ਸੋਹਣੇ ਲੱਗੇ ਤੇ ਉਹਦੇ ਨਾਲ ਸਾਂਝ ਬਣਾ ਲਈ। ਕਿਸੇ ਨੂੰ ਆਖ ਦਿੱਤਾ, ਅੱਜ ਤੋਂ ਤੂੰ ਮੇਰਾ ਪੱਗ-ਵੱਟ ਭਰਾ ਆ, ਅੱਜ ਤੋਂ ਤੂੰ ਮੇਰੀ ਭੈਣ ਹੈ, ਤੇ ਕਿਸੇ ਨੂੰ ਆਪਣਾ ਮਿੱਤਰ ਬਣਾ ਲੈਂਦਾ ਹੈ। ਔਰ ਧਿਆਨ ਰੱਖਣਾ, ਮਿੱਤਰਤਾਈ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਭਾਗਾਂ ਵਾਲਿਓ, ਕਿ ਜਿਹੜੀ ਵੀ ਗੱਲ ਬੰਦਾ ਆਪਣੇ ਰਿਸ਼ਤੇਦਾਰ ਨਾਲ, ਆਪਣੇ ਮਾਂ-ਬਾਪ ਨਾਲ, ਆਪਣੇ ਭੈਣ ਭਰਾ ਨਾਲ ਨਹੀਂ ਨਾ ਕਰ ਸਕਦਾ, ਉਹ ਗੱਲ ਆਪਣੇ ਮਿੱਤਰ ਦੇ ਨਾਲ ਸਾਂਝ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਪਾਵਨ ਬਾਣੀ ਦੇ ਵਿੱਚ ਸਮਝਾਇਆ ਕਿ ਤੂੰ ਉਸ ਮਾਲਕ ਵਾਹਿਗੁਰੂ ਦੇ ਨਾਲ ਮਿੱਤਰਤਾਈ ਕਰ, ਉਹਦੇ ਨਾਲ ਸਾਂਝ ਪਾ, ਤੇ ਜਿਹੜੀ ਗੱਲ ਤੂੰ ਕਿਸੇ ਨਾਲ ਸਾਂਝ ਨਹੀਂ ਕਰ ਸਕਦਾ ਨਾ, ਉਹ ਸਾਂਝ ਤੂੰ ਆਪਣੇ ਗੁਰੂ ਨਾਲ ਪਾ, ਉਹ ਗੱਲ ਤੂੰ ਆਪਣੇ ਗੁਰੂ ਨਾਲ ਕਰ। ਆਪਾਂ ਬਚਨ ਪੜ੍ਹਦੇ ਹਾਂ, ਗੋਹਜ ਗੱਲ ਕੀਚੈ ਸਤਿਗੁਰ ਪਾਸ। ਗੋਹਜ ਦਾ ਅਰਥ ਹੈ ਲੁਕਵੀਂ, ਜਿਹੜੀ ਕਿਸੇ ਨੂੰ ਦੱਸੀ ਨਹੀਂ ਜਾ ਸਕਦੀ। ਮਹਾਰਾਜ ਕਹਿ ਲਗੇ, ਐਸੋ ਪਰਚੋ ਪਾਇਓ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਐਸੀ ਸਾਂਝ ਬਣ ਗਈ, ਐਸੀ ਮਿੱਤਰਤਾਈ ਬਣ ਗਈ। ਕਰੀ ਕਿਰਪਾ ਦਇਆਲ ਬੀਠੁਲੈ। ਦਇਆ ਦੇ ਘਰ ਵਿੱਚ ਮਾਲਕ ਵਾਹਿਗੁਰੂ ਆਏ, ਉਹਨਾਂ ਨੇ ਕਿਰਪਾ ਕੀਤੀ। ਮਾਇਆ ਦੇ ਪ੍ਰਭਾਵ ਤੋਂ ਪਰੇ ਪਰਮਾਤਮਾ ਵਾਹਿਗੁਰੂ ਨੇ ਸਤਿਗੁਰ ਮੁਝੈ ਬਤਾਇਓ, ਤੇ ਸੱਚੇ ਸਤਿਗੁਰੂ ਦਾ ਪਤਾ ਦੱਸ ਦਿੱਤਾ। ਪਾਵਨ ਬਾਣੀ ਦੇ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਨੇ ਸੱਚੇ ਸਤਿਗੁਰੂ ਦੀ ਪਹਿਚਾਨ ਦੱਸੀ ਹੈ। ਸੱਚਾ ਗੁਰੂ ਕੌਣ ਹੈ? ਆਪਾਂ ਬਚਨ ਪੜ੍ਹਦੇ ਹਾਂ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਗੁਰੂ ਉਹ ਹੈ ਜਿਸ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਹੈ। ਨਾਰਾਇਣ ਨਾਰ ਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੁਹਤਾਰੈ। ਗੁਰੂ ਹੈ ਜਿਹੜਾ ਆਪ ਮੁਕਤ ਹੈ, ਜਿਹੜਾ ਆਪ ਤਰਦਾ ਆ ਤੇ ਸਾਨੂੰ ਤਾਰਨਾ ਜਾਣਦਾ ਆ। ਅਗਾਂ ਵਾਲਿਓ, ਜਦੋਂ ਗੁਰੂ ਨਾਲ ਸਾਂਝ ਪੈ ਜਾਏ, ਪਰ ਇਹਦੇ ਤੇ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਦੀ ਹੈ। ਜੇ ਉਹ ਮਾਲਕ ਵਾਹਿਗੁਰੂ ਬਿਧ ਬਣਾ ਦਵੇ, ਜਿਵੇਂ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਮੁਬਾਰਕ ਜੀਵਨ,
ਪਹਿਲਾ ਨਾਂ ਸੀ ਭਾਈ ਲਹਿਣਾ ਜੀ, ਪਿਤਾ ਦਾ ਨਾਂ ਬਾਬਾ ਫੇਰੂ ਮੱਲ ਜੀ, ਤੇ ਘਰ ਦੇ ਵਿੱਚ ਕਰਮਕਾਂਡ ਸਨ। ਪਹਿਲਾਂ ਬਾਬਾ ਫੇਰੂ ਮੱਲ ਜੀ ਆਪ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਤੇ ਦੇਵੀਆਂ ਦੀ ਯਾਤਰਾ ਵਾਸਤੇ ਜਾਇਆ ਕਰਦੇ ਸਨ। ਬਾਬਾ ਫੇਰੂ ਮੱਲ ਜੀ ਚੜ੍ਹਾਈ ਕਰ ਗਏ ਤੇ ਪੁੱਤਰ ਭਾਈ ਲਹਿਣਾ ਜੀ ਨੇ ਇਹ ਸੇਵਾ ਸਾਂਭ ਲਈ ਹੈ। ਪਰ ਇਤਿਹਾਸ ਆਖਦਾ ਹੈ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਜੋਧ ਜੀ ਪਾਸੋਂ ਬਾਣੀ ਸੁਣੀ ਨਾ ਭਾਗਾਂ ਵਾਲਿਓ, ਅਕਾਲ ਪੁਰਖ ਨੇ ਬਿਧ ਬਣਾਈ ਤੇ ਸੱਚੇ ਗੁਰੂ ਨਾਲ ਮੇਲ ਕਿਵੇਂ ਹੁੰਦਾ। ਭਾਈ ਜੋਧ ਜੀ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਸਾ ਕੀ ਵਾਰ ਦੀ ਪਾਵਨ ਬਾਣੀ ਦੇ ਬਚਨ ਸਰਵਣ ਕੀਤੇ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਸਾਹਿਬ ਨਾਲ ਨਾ ਹਾਰੀਐ, ਤੇ ਵੇਹੋ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਇਹ ਬਚਨ ਸਰਵਣ ਕੀਤਾ ਤੇ ਕਰਮਕਾਂਡੀ ਜੀਵਨ ਜਿਹੜਾ ਭਾਈ ਲਹਿਣਾ ਜੀ ਦਾ ਸੀ, ਮਨ ਅੰਦਰ ਖਿੱਚ ਪਈ ਤੇ ਭਾਈ ਜੋਧਾ ਜੀ ਨੂੰ ਪੁੱਛ ਲਿਆ, ਪੁਰਖਾ ਇਹ ਬਚਨ ਬੜੇ ਮਨ ਨੂੰ ਟੁੰਬਣ ਵਾਲੇ ਨੇ, ਕਿਹਦੇ ਨੇ? ਹੁਣ ਧਿਆਨ ਦੇਣਾ ਭਾਗਾਂ ਵਾਲਿਓ, ਕਈ ਵਾਰ ਇਹ ਕਿਹਾ ਜਾਂਦਾ ਕਿ ਸਰੀਰ ਦੀ ਲੋੜ ਹੈ, ਸਰੀਰ ਤੋਂ ਬਿਨਾਂ ਕਦੀ ਵੀ ਜੁੜਿਆ ਨਹੀਂ ਜਾਂਦਾ। ਪਰ ਆਪ ਵੇਖੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਲੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨੇ। ਸਰੀਰਕ ਤੌਰ ਤੇ ਮਹਾਰਾਜ ਹਾਜ਼ਰ ਨਹੀਂ ਨਾ। ਭਾਈ ਜੋਧ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹ ਰਹੇ ਨੇ ਤੇ ਪੜ੍ਹਿਆ ਹੋਇਆ ਬਚਨ ਅੰਦਰ ਖਿੱਚ ਪਾਈ ਹੈ। ਤੇ ਫਿਰ ਭਾਈ ਲਹਿਣਾ ਜੀ ਜਿਸ ਵੇਲੇ ਸੰਗ ਲੈ ਕੇ ਤੇ ਯਾਤਰਾਵਾਂ ਨੂੰ ਜਾ ਰਹੇ ਨੇ ਨਾ ਦੇਵੀ ਦੇ, ਤੇ ਰਸਤੇ ਦੇ ਵਿੱਚ ਫਿਰ ਕਰਤਾਰਪੁਰ ਦੀ ਧਰਤੀ ਤੇ ਰੁਕ ਗਏ। ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ, ਗੁਰੂ ਨਾਲ ਮੇਲ ਹੋਇਆ। ਤੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਜਿਸ ਵੇਲੇ ਭਾਈ ਲਹਿਣਾ ਜੀ ਗਏ ਨਾ ਤੇ ਘੋੜੀ ਤੇ ਸਵਾਰ ਨੇ, ਜਿਵੇਂ ਕਰਤਾਰਪੁਰ ਨਗਰ ਵਿੱਚ ਵੜੇ ਤੇ ਵੇਖਿਆ ਕਿ ਇੱਕ ਬਜ਼ੁਰਗ ਖੜਾ ਹੈ, ਕਿਉਂਕਿ ਮਹਾਰਾਜ ਨੇ ਸਾਨੂੰ ਕਿਰਤ ਦਾ ਉਪਦੇਸ਼ ਦਿੱਤਾ ਹੀ ਨਹੀਂ, ਸਤਿਗੁਰੂ ਮਹਾਰਾਜ ਨੇ ਆਪ ਕਿਰਤ ਕੀਤੀ ਹੈ। ਭਾਗਾਂ ਵਾਲਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਪਾਰ ਕਿਵੇਂ ਕਰੀਦਾ ਇਹ ਵੀ ਸਾਨੂੰ ਸਮਝਾਇਆ। ਸਤਿਗੁਰੂ ਮਹਾਰਾਜ ਨੇ ਸੁਲਤਾਨਪੁਰ ਦੀ ਧਰਤੀ ਤੇ ਮੋਦੀ ਖਾਨੇ ਨੂੰ ਚਲਾ ਕੇ ਇਹ ਵੀ ਦੱਸਿਆ ਨੌਕਰੀ ਵੀ ਕਰਨੀ ਪੈ ਸਕਦੀ ਹੈ। ਤੇ ਮਹਾਰਾਜ ਜੀ ਨੇ ਉਹਦੇ ਨਾਲ ਨਾਲ ਆਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ ਦੀ ਧਰਤੀ ਤੇ ਹਾਲ ਵਾਇਆ, ਆਪ ਕਿਰਤ ਕੀਤੀ ਹੈ। ਔਰ ਗੁਰੂ ਸਾਹਿਬ ਦੇ ਕੱਪੜੇ ਵੀ ਸੰਸਾਰੀ ਸਨ, ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹੀਏ, ਭਾਈ ਲਹਿਣਾ ਘੋੜੀ ਤੇ ਸਵਾਰ ਹੈ ਤੇ ਉਸ ਬਜ਼ੁਰਗ ਨੂੰ ਪੁੱਛ ਰਿਹਾ ਕਿ ਮੈਂ ਨਾਨਕ ਨਿਰੰਕਾਰੀ ਦੇ ਘਰ ਜਾਣਾ ਹੈ, ਮੈਂ ਨਾਨਕ ਤਪੇ ਦੇ ਘਰ ਜਾਣਾ ਹੈ। ਤੇ ਬੜਾ ਹੀ ਰਮਜ ਭਰਿਆ ਸਵਾਲ ਉਸ ਵੇਲੇ ਪੁੱਛਿਆ। ਉਹ ਕੀ ਸੀ? ਜਾਣਾ ਆ ਕਿ ਰਾਹ ਹੀ ਪੁੱਛਣਾ ਆ? ਕਿਉਂਕਿ ਕਈ ਵਾਰ ਅਸੀਂ ਬਹੁਤਾਤ ਰਾਹ ਤੇ ਪੁੱਛੀ ਜਾਂਦੇ ਆ, ਪਰ ਭਾਗਾਂ ਵਾਲਿਓ ਉਸ ਰਾਹ ਤੇ ਤੁਰਨ ਲਈ ਤਿਆਰ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੁੱਛ ਲਿਆ, ਦੱਸ ਭਾਈ ਜਾਣਾ ਆ ਕਿ ਕੇਵਲ ਰਾਹ ਹੀ ਪੁੱਛਣਾ ਆ? ਤੇ ਭਾਈ ਲਹਿਣਾ ਜੀ ਨੇ ਕਹਿ ਦਿੱਤਾ, ਹਾਂ ਮੈਂ ਜਾਣਾ ਹੈ। ਤੇ ਪਿਆਰਿਓ, ਆਪ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਉਹ ਬਜ਼ੁਰਗ ਆਪ ਲੈ ਕੇ ਗਏ। ਜਦੋਂ ਧਰਮਸ਼ਾਲ 'ਚ ਪਹੁੰਚ ਗਏ ਤੇ ਉਸ ਵੇਲੇ ਆਖ ਦਿੱਤਾ ਕਿ ਹੱਥ ਪੈਰ ਧੋ ਕੇ ਤੇ ਧਰਮਸ਼ਾਲ ਦੇ ਵਿੱਚ ਚਲੇ ਜਾਓ, ਇਹ ਤੇ ਤੁਹਾਨੂੰ ਅੰਦਰ ਗੁਰੂ ਨਾਨਕ ਸਾਹਿਬ ਮਿਲਣਗੇ। ਤੇ ਉਸ ਵੇਲੇ ਭਾਈ ਲਹਿਣੇ ਦੀ ਅਚੰਭਤਾ ਹੋਈ, ਹੈਰਾਨ ਹੋ ਗਿਆ ਭਾਈ ਲਹਿਣਾ
ਕਿ ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਆਪ ਮੈਨੂੰ ਵਾਗਾਂ ਤੋਂ ਫੜ ਕੇ, ਘੋੜੇ ਦੀਆਂ ਵਾਗਾਂ ਫੜ ਕੇ ਤੇ ਮੈਨੂੰ ਲੈ ਕੇ ਆਇਆ। ਪਿਆਰਿਓ, ਭਾਈ ਲਹਿਣਾ ਜੀ 1532 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੇ ਆਏ। 1539 ਤੱਕ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਰਹਿ ਕੇ ਸੇਵਾ ਕੀਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ। ਜਦੋਂ ਅਕਾਲ ਪੁਰਖ ਵਾਹਿਗੁਰੂ ਬਿਧ ਬਣਾ ਦਵੇ ਫਿਰ ਸੱਚੇ ਗੁਰੂ ਨਾਲ ਮੇਲ ਹੋ ਜਾਂਦਾ ਹੈ। ਅੱਜ ਦੇ ਮਹਾਰਾਜ ਜੀ ਨੇ ਪਾਵਨ ਬਚਨਾਂ 'ਚ ਹੀ ਸਮਝਾਇਆ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਵੇ ਨਾ ਤੇ ਉਦੋਂ ਸੱਚੇ ਗੁਰੂ ਨਾਲ ਮੇਲ ਹੋ ਜਾਂਦਾ ਹੈ। ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਆਪਾਂ ਬੇਅੰਤ ਐਸੇ ਬਚਨ ਪੜ੍ਹਦੇ ਹਾਂ ਜਿੱਥੇ ਗੁਰੂ ਦੀ ਉਸਤਤ ਕਰਦੇ ਆ ਮਹਾਰਾਜ ਜੀ ਸਮਝਾਉਂਦੇ ਨੇ, ਕਿਉਂਕਿ ਜਿਹੜਾ ਗੁਰੂ ਸ਼ਬਦ ਹੈ ਇਹਨੂੰ ਜਦੋਂ ਸੰਪਰਦਾਇ ਵਿਦਵਾਨਾਂ ਨੇ ਅਰਥ ਕੀਤੇ ਤਾਂ ਲਿਖਦੇ ਹਨ ਗੂ ਪਲਸ ਰੂ, ਭਾਵ ਹਨੇਰੇ ਤੋਂ ਚਾਨਣ ਵੱਲ ਲਿਆਉਣ ਵਾਲਾ, ਜਿਹੜਾ ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਗਿਆਨ ਦੇ ਚਾਨਣ ਵੱਲ ਲੈ ਆਵੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੱਜ ਦੇ ਬਚਨ ਸਾਨੂੰ ਇਹੀ ਸਮਝਾ ਰਹੇ ਹੈ ਕਿ ਜਦੋਂ ਅਕਾਲ ਪੁਰਖ ਦੀਆਂ ਰਹਿਮਤਾਂ ਹੋਣ ਤੇ ਫਿਰ ਗੁਰੂ ਆਪ ਬਖਸ਼ਿਸ਼ ਕਰਕੇ ਬੜੀਆਂ ਵੱਡੀਆਂ ਸੇਵਾਵਾਂ ਵੀ ਲੈਂਦਾ ਹੈ। ਧਿਆਨ ਦੇਣਾ ਭਾਗਾਂ ਵਾਲਿਓ, ਹੁਣ ਉਹ ਦਿਹਾੜੇ ਆ ਰਹੇ ਨੇ ਜਿਨ੍ਹਾਂ ਨੂੰ ਸਿੱਖ ਕੌਮ ਨੇ ਬੜੇ ਵੱਡੇ ਪੱਧਰ ਤੇ ਮਨਾਉਣਾ ਹੈ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ। ਔਰ ਧਿਆਨ ਦੇਣਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਸ ਵੇਲੇ ਆਪ ਇਤਿਹਾਸ ਪੜ੍ਹੋਗੇ, ਮਾਲਵੇ ਤੋਂ ਸੰਗਤ ਗਈ ਤੇ ਇੱਕ ਬਜ਼ੁਰਗ ਬਾਬਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਇਤਿਹਾਸ ਆਖਦਾ ਹੈ ਬੜੀ ਭਾਵਨਾ ਨਾਲ ਗਿਆ ਤੇ ਜਦੋਂ ਸੰਗਤ ਵਿੱਚ ਪਹੁੰਚਿਆ ਨਾ ਜੀ ਤੇ ਉਹਨੇ ਦੇਖਿਆ ਕਿ ਜਿਹੜੇ ਸਿੱਖ ਨੇ ਜਦੋਂ ਗੁਰੂ ਦੇ ਦਰਸ਼ਨ ਕਰਦੇ ਨੇ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਤੇ ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰਦਾ ਹੈ, ਕੋਈ ਕੀਮਤੀ ਦੁਸ਼ਾਲੇ ਰੱਖਦਾ ਹੈ। ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਹਰ ਕੋਈ ਗੁਰੂ ਸਾਹਿਬ ਦੇ ਚਰਨਾਂ ਤੇ ਨਜ਼ਰਾਨੇ ਤੇ ਭੇਟਾਵਾਂ ਰੱਖਦਾ ਹੈ ਤੇ ਗੁਰੂ ਦੇ ਦਰਸ਼ਨ ਕਰਦਾ ਹੈ। ਤੇ ਉਹ ਜਿਹੜਾ ਸਿੱਖ ਸੀ ਨਾ ਬਜ਼ੁਰਗ, ਉਹਦਾ ਮਨ ਡਰ ਗਿਆ, ਤ੍ਰਿਪਕ ਗਿਆ ਤੇ ਪਿੱਛੇ ਜਾ ਕੇ ਖੜਾ ਹੋ ਗਿਆ। ਹੁਣ ਬੜਾ ਸਮਾਂ ਲੰਘ ਗਿਆ, ਸਿੱਖ ਆ ਰਹੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਪਰ ਉਹ ਉਸੇ ਤਰ੍ਹਾਂ ਖੜਾ ਹੋਇਆ ਤੇ ਦੂਰ ਦੇਖੀ ਜਾ ਰਿਹਾ ਹੈ। ਜਦੋਂ ਕੁਝ ਸਮਾਂ ਲੰਘ ਗਿਆ ਨਾ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਆਖਿਆ ਕਿ ਇਹਨੂੰ ਬੁਲਾਓ। ਮੈਂ ਕਈ ਵਾਰ ਕਿਆ ਕਰਦਾ ਭਾਗਾਂ ਵਾਲਿਓ, ਇਹ ਗੁਰੂ ਨਾਨਕ ਦਾ ਦਰ ਹੈ। ਇੱਥੇ ਨਹੀਂ ਵੇਖਿਆ ਜਾਂਦਾ ਕਿ ਇਹ ਕੀ ਲੈ ਕੇ ਆਇਆ, ਕਿਉਂਕਿ ਗੁਰੂ ਦੀ ਨਿਗਾਹ ਵਿੱਚ ਸਾਰੇ ਇੱਕ ਬਰਾਬਰ ਨੇ। ਕੋਈ ਦੁਨਿਆਵੀ ਹੋਵੇ ਉਹ ਤੇ ਵੇਖਦਾ ਵੱਡੀ ਗੱਡੀ, ਵੱਡਾ ਚੈੱਕ, ਫਿਰ VIP ਕਮਰੇ, ਫਿਰ ਟ੍ਰੀਟਮੈਂਟ ਵੀ VIP, ਫਿਰ ਦੁੱਧ ਬਦਾਮ ਤੇ ਸਾਰਾ ਕੁਝ ਹੈ। ਤੇ ਜੇ ਕੋਈ ਵਿਚਾਰਾ ਐਸਾ ਚਲਿਆ ਜਾਏ ਜਿਹਦੇ ਕੋਲੇ ਕੁਝ ਨਹੀਂ ਤੇ ਉਹਨੂੰ ਕਹਿੰਦੇ ਇਹਨੂੰ ਬਾਹਰੋਂ ਬਾਹਰ ਕੱਢ ਦੇ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸੀ ਰੀਤ ਨਹੀਂ ਹੈ ਭਾਗਾਂ ਵਾਲਿਓ। ਗੁਰੂ ਰਾਮਦਾਸ ਮਹਾਰਾਜ ਜੀ ਨੇ, ਸਤਿਗੁਰਾਂ ਨੇ ਸਿੱਖ ਨੂੰ ਆਖਿਆ ਇਹਨੂੰ ਬੁਲਾਓ। ਉਹ ਅੱਗੇ ਆਇਆ ਤੇ ਮਹਾਰਾਜ ਪੁੱਛਣ ਲੱਗੇ, ਪੁਰਖਾ ਕਿੱਥੋਂ ਆਇਆ? ਆਖਣ ਲੱਗਾ, ਮਹਾਰਾਜ ਮਾਲਵੇ ਤੋਂ ਸੰਗਤ ਆਈ ਹੈ ਤੇ ਸਤਿਗੁਰੂ ਜੀ ਮੈਂ ਸੰਗਤ ਦੇ ਨਾਲ ਤੁਹਾਡੇ ਦਰਸ਼ਨਾਂ ਵਾਸਤੇ ਆਇਆ। ਇਹ ਬਿਧ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਤੇ ਗੁਰੂ ਕੋਲੇ ਆ ਗਏ। ਮਹਾਰਾਜ ਕਹਿ ਲਗੇ, ਜੇ ਤੂੰ ਆਇਆ ਫਿਰ ਤੂੰ ਸਵੇਰ ਦਾ ਖੜਾ ਹੈ ਪਿੱਛੇ, ਮੈਂ ਬੜੀ ਦੇਰ ਤੋਂ ਵੇਖ ਰਿਹਾ, ਤੂੰ ਅੱਗੇ ਕਿਉਂ ਨਹੀਂ ਆਉਂਦਾ?
ਕਹਿੰਦਾ ਮਹਾਰਾਜ ਅਸਲ 'ਚ ਗੱਲ ਇਹ ਹੈ ਕਿ ਜਦੋਂ ਮੈਂ ਸਿੱਖਾਂ ਨੂੰ ਵੇਖਿਆ ਨਾ ਤੁਹਾਡੇ ਦਰਸ਼ਨ ਕਰਦੇ ਨੇ ਤੇ ਸਤਿਗੁਰੂ ਜੀ ਉਹ ਤੇ ਕੋਈ ਮਾਇਆ ਰੱਖ ਰਿਹਾ ਹੈ, ਕੋਈ ਕੀਮਤੀ ਦਿਸ਼ਾਲੇ ਰੱਖ ਰਿਹਾ ਹੈ, ਨਜ਼ਰਾਨੇ ਤੇ ਭੇਟਾਵਾਂ ਤੁਹਾਡੇ ਚਰਨਾਂ 'ਚ ਰੱਖ ਰਹੇ ਨੇ। ਤੇ ਸਤਿਗੁਰੂ ਅਸਲੀਅਤ ਤੇ ਹੈ ਕਿ ਮੇਰੇ ਕੋਲੇ ਕੁਝ ਨਹੀਂ ਹੈ। ਮਹਾਰਾਜ ਜੀ ਨੇ ਸਮਝਾਇਆ ਵੀ ਨਹੀਂ, ਇਹ ਗੁਰੂ ਨਾਨਕ ਦਾ ਦਰ ਹੈ। ਇੱਥੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ, ਭਾਈ ਲਾਲੋ ਵਰਗਿਆਂ ਨੂੰ ਵੀ ਮਾਣ ਬਖਸ਼ਿਆ। ਇੱਥੇ ਇਹ ਗੱਲ ਨਹੀਂ ਹੈ ਕਿ ਤੇਰੇ ਕੋਲੇ ਮਾਇਆ ਹੈ ਕਿ ਨਹੀਂ ਹੈ, ਤੇਰੇ ਤੇ ਰਹਿਮਤ ਹੋਈ ਹੈ, ਤੂੰ ਗੁਰੂ ਦੇ ਦਰਸ਼ਨਾਂ ਲਈ ਆਇਆ ਹੈ। ਤੇ ਅੱਜ ਗੁਰੂ ਨੇ ਖੇਡ ਵਰਤਾਣੀ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ ਹੈ। ਮਹਾਰਾਜ ਕਹਿ ਲੱਗੇ ਤੂੰ ਇਸ ਗੱਲ ਦਾ ਝੋਰਾ ਨਾ ਕਰ। ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲੇ ਖੜਾ ਹੈ ਤੇ ਮਹਾਰਾਜ ਕਹਿ ਲੱਗੇ ਚੱਲ ਹੁਣ ਕੁਝ ਮੰਗ ਲੈ, ਤੇਰੇ ਮਨ ਦੀ ਕੋਈ ਮੁਰਾਦ ਹੈ ਮੰਗ ਲੈ। ਤੇ ਕਹਿਣ ਲੱਗਾ ਨਹੀਂ ਮਹਾਰਾਜ, ਤੁਹਾਡੇ ਦਰਸ਼ਨ ਹੋ ਗਏ, ਸਤਿਗੁਰੂ ਇਹ ਬਹੁਤ ਵੱਡੀ ਬਖਸ਼ਿਸ਼ ਹੋ ਗਈ ਹੈ ਤੁਹਾਡੀ। ਮਹਾਰਾਜ ਕਹਿ ਲਗਾ ਕੁਛ ਤਾਂ ਮੰਗ ਲੈ, ਇੰਨੀ ਦੂਰੋਂ ਆਇਆ ਹੈ। ਤੇ ਕਹਿਣ ਲੱਗਾ ਮਹਾਰਾਜ ਮੇਰੇ ਮਨ 'ਚ ਨਾ ਇੱਕ ਫੁਰਨਾ ਆਇਆ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਤੁਸੀਂ ਕਿਰਪਾ ਕਰੋ ਤੇ ਕਿਤੇ ਮੇਰੇ ਘਰ ਆਓ ਤੇ ਮੇਰੇ ਘਰ ਆ ਕੇ ਪ੍ਰਸ਼ਾਦਾ ਛਕੋ। ਪਰ ਗੁਰੂ ਸਾਹਿਬ ਮਨ 'ਚ ਇੱਕ ਸ਼ੰਕਾ ਵੀ ਹੈ। ਮਹਾਰਾਜ ਕਹਿ ਲੱਗੇ ਉਹ ਕੀ? ਕਹਿੰਦੇ ਗੁਰੂ ਸਾਹਿਬ ਮਹਾਰਾਜ ਜਦੋਂ ਤੁਸੀਂ ਜਾਂਦੇ ਹੋ ਨਾ ਤੇ ਸੁਭਾਵਕ ਹੈ ਤੁਹਾਡੇ ਨਾਲ ਤੇ ਬਹੁਤ ਸੰਗਤਾਂ ਤੇ ਸਿੱਖਾਂ ਦੇ ਕਾਫਲੇ ਤੁਰਦੇ ਹੋਣਗੇ। ਪਰ ਗੁਰੂ ਸਾਹਿਬ ਸੱਚੇ ਹੈ ਵੀ ਮੈਂ ਇੰਨਾ ਅਮੀਰ ਤਾਂ ਨਹੀਂ ਹਾਂ ਕਿ ਮੈਂ ਕੋਈ ਤੁਹਾਡੇ ਨਾਲ 50-100 ਸਿੱਖ ਚਲੇ ਜਾਣ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਸਕਾਂ। ਤੁਸੀਂ ਕਿਰਪਾ ਕਰੋ ਮਹਾਰਾਜ, ਕਿਤੇ ਤੁਸੀਂ ਇਕੱਲੇ ਦਰਸ਼ਨ ਦਿਓ, ਮੇਰੇ ਘਰ ਆਓ ਤੇ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੱਲ ਕਹੀ ਜੀ। ਮਹਾਰਾਜ ਕਹਿ ਲਗੇ ਪੁਰਖਾ ਤੇਰੀ ਇਹ ਮੰਗ ਪੂਰੀ ਹੋਏਗੀ, ਪਰ ਯਾਦ ਰੱਖੀ ਉਸ ਵੇਲੇ ਮੈਂ ਨਹੀਂ ਹੋਵਾਂਗਾ, ਨਾ ਮੈਂ ਹੋਣਾ ਨਾ ਤੂੰ ਹੋਣਾ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਜਿਸ ਵੇਲੇ ਆਪ ਇਤਿਹਾਸ ਪੜ੍ਹੋਗੇ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਪੜ੍ਹੋ, ਸਤਿਗੁਰੂ ਮਹਾਰਾਜ ਸਰੀਰਕ ਤੌਰ ਤੇ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ 4 ਦਿਨ ਪਹਿਲਾਂ ਅਗਲੇ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਜਾਂਦੇ ਨੇ। ਕਿਉਂਕਿ ਜਿਹੜੇ ਜੁੜੇ ਹੁੰਦੇ ਨੇ ਨਾ ਉਹਨਾਂ ਨੂੰ ਪਤਾ ਹੈ ਕਦੋਂ ਆਏ ਆ ਤੇ ਕਦੋਂ ਚਲੇ ਜਾਣਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਉਹਨਾਂ ਨੂੰ ਪਤਾ ਹੁੰਦਾ। ਕੁਝ ਸਿੱਖਾਂ ਦਾ ਜ਼ਿਕਰ ਵੀ ਆਪਾਂ ਪੜ੍ਹਦੇ ਹਾਂ, ਬਾਬਾ ਬੁੱਢਾ ਸਾਹਿਬ ਜੀ, ਭਾਈ ਮੁਗਲੂ ਜੀ। ਮਹਾਰਾਜ ਕਹਿਣ ਲੱਗੇ ਕਿ ਨਾ ਤੂੰ ਹੋਣਾ ਹੈ ਨਾ ਮੈਂ ਹੋਣਾ ਹੈ, ਪਰ ਯਾਦ ਰੱਖੀ ਇੱਕ ਚੀਜ਼ ਤੇਰੇ ਘਰ 'ਚ ਨਹੀਂ ਹੋਏਗੀ, ਜਿਹੜੀ ਗੁਰਬਤ ਹੈ ਨਾ ਇਹ ਤੇਰੀ ਚੱਕੀ ਜਾਏਗੀ। ਤੇਰੇ ਘਰ 'ਚ ਗਰੀਬੀ ਨਹੀਂ ਹੋਏਗੀ, ਤੇਰੇ ਘਰ 'ਚ ਗੁਰੂ ਨਾਨਕ ਦੀ ਜੋਤ 'ਚ ਜ਼ਰੂਰ ਕੋਈ ਨਾ ਕੋਈ ਤੇਰੇ ਘਰ ਆਏਗਾ। ਉਸ ਬਜ਼ੁਰਗ ਦਾ ਨਾਂ ਇਤਿਹਾਸ 'ਚ ਆਇਆ ਜੀ ਭਾਈ ਬੋੜੂ। ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੇਲੇ ਮਾਲਵੇ 'ਚ ਗਏ, ਹੁਣ ਇਸ ਭਾਈ ਬੋੜੂ ਤੇ ਅਕਾਲ ਪੁਰਖ ਦੀ ਰਹਿਮਤਾਂ ਹੋਈਆਂ। ਮਹਾਰਾਜ ਨੇ ਆਖਿਆ ਸੀ ਕਦੀ ਗੁਰੂ ਨਾਨਕ ਦੀ ਸਿੱਖੀ ਦਾ ਪੱਲਾ ਨਾ ਛੱਡਿਓ, ਬਾਣੀ ਪੜ੍ਹਿਓ, ਉਦਮ ਤੇ ਮਿਹਨਤ ਕਰਿਓ, ਤੁਹਾਡੇ ਘਰ ਦੇ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਇਸ ਪਰਿਵਾਰ ਨੇ ਮਿਹਨਤ ਕੀਤੀ, ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਪੀੜ੍ਹੀ ਦਰ ਪੀੜ੍ਹੀ ਪਰਿਵਾਰ ਵਿੱਚ ਇਹ ਗੱਲ ਜ਼ਰੂਰ ਚੱਲੀ ਆ ਰਹੀ ਹੈ ਕਿ ਜਿੰਨੀਆਂ ਵੀ ਰਹਿਮਤਾਂ ਹੋਈਆਂ ਹਨ ਉਹ ਗੁਰੂ ਨਾਨਕ ਦੇ ਘਰ 'ਚ ਹੋਈਆਂ ਹਨ, ਗੁਰੂ ਰਾਮਦਾਸ ਪਾਤਸ਼ਾਹ ਦੀਆਂ ਰਹਿਮਤਾਂ ਹੋਈਆਂ ਹਨ। ਤੇ ਇੱਕ ਦਿਨ ਆਵੇਗਾ ਗੁਰੂ ਨਾਨਕ ਦੀ ਜੋਤ ਸਾਡੇ ਘਰ ਵਿੱਚ ਜ਼ਰੂਰ ਆਵੇਗੀ। ਭਾਈ ਬੋੜੂ ਚੜ੍ਹਾਈ ਕਰ ਗਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹੁੰਚੇ। ਔਰ ਇਸ ਪਰਿਵਾਰ ਦੇ ਇਤਿਹਾਸ ਕਹਿੰਦਾ 72 ਪਿੰਡਾਂ ਦੀ ਜਗੀਰਦਾਰੀ ਇਸ ਪਰਿਵਾਰ ਕੋਲੇ ਆ ਗਈ। ਇਹਨਾਂ ਦਾ ਪਿੰਡ ਸੀ ਆਲੋ ਹਰਖ ਤੇ ਫਿਰ ਇਹਨਾਂ ਦੇ ਬਜ਼ੁਰਗਾਂ ਨੇ ਪਿੰਡ ਵਸਾਇਆ ਕਾਕੜ ਕਲਾਂ।
ਤੇ ਜਿਸ ਵੇਲੇ ਸਤਿਗੁਰੂ ਜੀ ਮਾਲਵੇ ਚ ਗਏ ਨਾ, ਆਪਾਂ ਇਤਿਹਾਸ ਚ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਡ ਗੰਡਵਾ ਭਾਈ ਮੁਗਲੂ ਨੂੰ ਜਾ ਕੇ ਮਿਲਦੇ ਨੇ, ਕਿਉਂਕਿ ਭਾਈ ਮੁਗਲੂ ਨੇ ਅੰਤਲੇ ਸਵਾਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਗਏ ਸਨ। ਤੇ ਸਤਿਗੁਰੂ ਮਹਾਰਾਜ ਜੀ ਨੂੰ ਲੈਣ ਵਾਸਤੇ ਦੀਵਾਨ ਟੋਡਰਮਲ ਪਹੁੰਚਿਆ। ਉਹਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਡੇ ਘਰ ਚੱਲੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਦੇ ਘਰ ਵਿੱਚ ਗਏ, ਕਿਉਂਕਿ ਜਿਹੜਾ ਦੀਵਾਨ ਟੋਡਰਮਲ ਹੈ ਨਾ, ਇਤਿਹਾਸ ਆਖਦਾ ਇਹ ਭਾਈ ਬੋੜੂ ਜੀ ਦੀ ਕੋਲ ਵਿੱਚੋਂ ਸੀ ਜੀ। ਇਹਨੇ ਬੜੀ ਸੇਵਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ। ਸਤਿਗੁਰਾਂ ਦੀ ਮੁੱਠੀ ਚਾਪੀ ਕੀਤੀ, ਆਪ ਗਾਗਰ ਲੈ ਕੇ ਖੂਹ ਤੋਂ ਜਲ ਭਰ ਕੇ ਸਤਿਗੁਰਾਂ ਨੂੰ ਇਸ਼ਨਾਨ ਕਰਾਉਣਾ, ਮਹਾਰਾਜ ਜੀ ਦੀ ਸੇਵਾ ਕਰਨੀ। ਤੇ ਜਿਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਰਨ ਲੱਗੇ ਨਾ, ਤੇ ਉਸ ਵੇਲੇ ਟੋਡਰਮਲ ਜਿਹੜਾ ਸੀ ਨਾ, ਉਹ ਇੱਕ ਪਰਾਤ ਮੋਹਰਾਂ ਦੀ ਭਰ ਕੇ ਲੈ ਕੇ ਆਇਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਦਿੱਤੀ। ਸਤਿਗੁਰੂ ਜੀ ਸਾਰੀਆਂ ਰਹਿਮਤਾਂ ਤੁਹਾਡੀਆਂ ਹਨ, ਮਹਾਰਾਜ ਤੁਹਾਡੀ ਬਖਸ਼ਿਸ਼ ਦੇ ਨਾਲ ਧਨ ਪਦਾਰਥ ਬਹੁਤ ਹੈ, ਤੇ ਐਸੀ ਬਖਸ਼ਿਸ਼ ਕਰ ਦਿਓ ਕਿ ਸਦਾ ਤੁਹਾਡੀ ਯਾਦ ਵਿੱਚ ਜੁੜੇ ਰਹੀਏ। ਧਨ ਵੀ ਹੈ ਤੇ ਗੁਰੂ ਨੂੰ ਵੀ ਯਾਦ ਰੱਖਣਾ, ਇਹ ਬੜੀ ਵੱਡੀ ਰਹਿਮਤ ਹੁੰਦੀ ਹੈ ਭਾਗਾ ਵਾਲੀ। ਹੁਣ ਟੋਡਰਮਲ ਨੇ ਇਹ ਮੰਗ ਮਹਾਰਾਜ ਦੇ ਚਰਨਾਂ 'ਚ ਰੱਖੀ। ਸਤਿਗੁਰੂ ਕਹਿਣ ਲੱਗੇ, ਅਕਾਲ ਪੁਰਖ ਦੀ ਰਹਿਮਤ ਹੋਏਗੀ, ਤੂੰ ਸਦਾ ਹੀ ਮਾਲਕ ਵਾਹਿਗੁਰੂ ਦੀਆਂ ਰਹਿਮਤਾਂ ਦਾ ਪਾਤਰ ਬਣਿਆ ਰਹੇਗਾ। ਤੇ ਜਦੋਂ ਮੋਹਰਾਂ ਰੱਖੀਆਂ ਨਾ, ਮਹਾਰਾਜ ਕਹਿਣ ਲੱਗੇ ਮੋਹਰਾਂ ਚੱਕ ਲੈ। ਟੋਡਰਮਲ ਹੱਥ ਜੋੜ ਕੇ ਖੜ ਗਿਆ, ਮਹਾਰਾਜ ਕੋਈ ਖਤਾ ਹੋ ਗਈ, ਕੋਈ ਭੁੱਲ ਹੋ ਗਈ। ਸਤਿਗੁਰੂ ਕਹਿਣ ਲੱਗੇ ਨਹੀਂ ਟੋਡਰਮਲ, ਅਜੇ ਸਮਾਂ ਨਹੀਂ ਆਇਆ, ਸਮਾਂ ਆਏਗਾ। ਇਹ ਮੋਹਰਾਂ ਤੇ ਬਹੁਤ ਥੋੜੀਆਂ ਨੇ, ਜਦੋਂ ਸਮਾਂ ਆਏਗਾ ਤੇ ਉਦੋਂ ਤੇਰੇ ਤੋਂ ਬਹੁਤ ਮੋਹਰਾਂ ਅਜੇ ਲੈਣੀਆਂ ਨੇ। ਪਿਆਰਿਓ, ਜਦੋਂ ਗੁਰੂ ਬਿਧ ਬਣਾਵੇ, ਭਾਈ ਬੋੜੂ ਜਾ ਕੇ ਜੁੜਿਆ ਤੇ ਵੇਖੋ ਟੋਡਰਮਲ ਗੁਰੂ ਸਾਹਿਬ ਦੀ ਕਿੱਡੀ ਵੱਡੀ ਸੇਵਾ ਕੀਤੀ ਉਹਨੇ ਫਿਰ ਗੁਰੂ ਘਰ ਦੀ। ਜਿਸ ਵੇਲੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਨਾ, ਤੇ ਇਤਿਹਾਸਕਾਰ ਲਿਖਦੇ ਨੇ ਉਸ ਵੇਲੇ 78,000 ਮੋਹਰਾਂ, ਲਗਭਗ 1 ਕੁਇੰਟਲ ਤੇ 70 ਕਿਲੋ ਸੋਨਾ ਸੀ, ਜਿਹੜਾ ਉਸ ਵੇਲੇ ਸਾਹਿਬਜ਼ਾਦਿਆਂ ਤੋਂ ਜ਼ਮੀਨ ਖਰੀਦੀ ਸੀ। ਔਰ ਫਤਿਹਗੜ੍ਹ ਸਾਹਿਬ ਦੀ ਜ਼ਮੀਨ ਜਿਹੜੀ ਹੈ ਦੁਨੀਆ ਦੀ ਸਾਰਿਆਂ ਤੋਂ ਮਹਿੰਗੀ ਜ਼ਮੀਨ ਬਣੀ। ਅੱਜ ਦੇ ਪਾਵਨ ਬਚਨ 'ਚ ਵੀ ਮਹਾਰਾਜ ਨੇ ਸਮਝਾਇਆ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਨਾਲ ਸਾਂਝ ਬਣ ਜਾਂਦੀ ਹੈ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣ ਜਾਏ ਤੇ ਫਿਰ ਭਾਗਾਂ ਵਾਲਿਓ ਗੁਰੂ ਨਾਲ ਮੇਲ ਹੋ ਕੇ ਤੇ ਗੁਰੂ ਜੀ ਬਖਸ਼ਿਸ਼ਾਂ ਕਰ ਦਿੰਦੇ ਹਨ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨਾਲ ਬੰਦਾ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਮਹਾਰਾਜ ਜੀ ਨੇ ਅੱਗੇ ਰਹਿਮਤਾਂ ਕੀਤੀਆਂ, ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠੁਲੈ, ਸਤਿਗੁਰ ਮੁਝੈ ਬਤਾਇਓ, ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹਿ ਇਹ ਵਿਸ਼ਵਾਸ ਹੋਏ ਆਇਓ। ਤੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਏ ਨਾ, ਫਿਰ ਭਰੋਸਾ ਬਣ ਜਾਂਦਾ ਹੈ, ਕਿਉਂਕਿ ਧਰਮ ਦੀ ਦੁਨੀਆ ਵਿੱਚ ਪ੍ਰਤੀਤ ਦਾ, ਭਰੋਸੇ ਦਾ, ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਜੀ। ਜਿਹਦੇ ਮਨ 'ਚ ਗੁਰੂ ਪ੍ਰਤੀ ਭਰੋਸਾ ਤੇ ਵਿਸ਼ਵਾਸ ਬਣ ਜਾਏ। ਔਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਕਹਿੰਦੇ ਨੇ, ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ। ਜਿਸ ਨੂੰ ਭਰੋਸਾ ਤੇ ਵਿਸ਼ਵਾਸ ਬਣ ਜਾਏ ਨਾ ਭਾਗਾਂ ਵਾਲਿਓ, ਗਾਵਿਆ ਤੇ ਸੁਣਿਆ ਉਹਦਾ ਪ੍ਰਵਾਨ ਹੁੰਦਾ ਹੈ। ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ, ਸੋ ਪਾਵੈ ਦਰਗਾ ਮਾਨ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਜਦੋਂ ਗੁਰੂ ਨਾਲ ਜੁੜਿਆ, ਫਿਰ ਹਰ ਪਾਸੇ ਉਹ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਉਣ ਲੱਗ ਗਿਆ, ਇਹ ਭਰੋਸਾ ਬਣ ਗਿਆ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਘੁਰਾਇਓ।
ਫਿਰ ਇਹ ਭਰੋਸਾ ਬਣ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਸੁਣਦਾ ਆ, ਤੇ ਮੈਂ ਕਿਸੇ ਦੂਜੇ ਕੋਲੇ ਜਾ ਕੇ ਬੇਨਤੀ ਕਿਉਂ ਕਰਾਂ, ਮੈਂ ਕਿਸੇ ਦੂਸਰੇ ਕੋਲੇ ਜਾ ਕੇ ਤੇ ਕਿਉਂ ਉਹਦੇ ਅੱਗੇ ਜੋਦੜੀਆਂ ਕਰਾਂ, ਕਿਉਂਕਿ ਮੇਰਾ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਸੁਣਦਾ ਆ। ਬਾਬਾ ਫਰੀਦ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ, ਜਦੋਂ ਸਮਝਾਉਂਦੇ ਨੇ ਕਿ ਮੇਰੇ ਮਾਲਕਾ, ਜਿਉਂਦਿਆਂ ਜੀ ਕਦੀ ਮੈਂ ਤੇਰਾ ਦਰ ਨਾ ਛੱਡਾਂ, ਤੇ ਜੇ ਕਿਤੇ ਐਸਾ ਸਮਾਂ ਬਣ ਜਾਏ ਕਿ ਕਿਤੇ ਮੇਰੇ ਇਸ ਮਨ ਵਿੱਚ ਫੁਰਨਾ ਬਣ ਜਾਵੇ, ਮੈਂ ਕਿਸੇ ਦੂਜੀ ਥਾਂ ਤੇ ਜਾ ਕੇ ਬੇਨਤੀ ਕਰਾਂ, ਤੇ ਮਾਲਕ ਵਾਹਿਗੁਰੂ ਉਹਦੇ ਤੋਂ ਪਹਿਲਾਂ ਮੇਰੀ ਜਾਨ ਕੱਢ ਲਈ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋ ਲੈ। ਰੇ ਜੀ ਨਿਲਜ ਤੋ ਇਲਾਜ ਨਹੀਂ। ਬਾਬਾ ਕਬੀਰ ਜੀ ਨੇ ਬੜੇ ਠੇਠ ਸ਼ਬਦਾਂ ਵਿੱਚ ਸਮਝਾਇਆ। ਲੱਜ ਕਹਿੰਦੇ ਨੇ ਸ਼ਰਮ ਨੂੰ, ਤੇ ਨਿਲਜ ਕਹਿੰਦੇ ਨੇ ਬੇਸ਼ਰਮ ਨੂੰ। ਰੇ ਜੀ ਨਿਲਜ ਲਾਜ ਤੋਹਿ ਨਾਹੀ, ਹਰ ਤਜ ਕਤ ਕਾਹੂ ਕਹਿ ਜਾਹੀ, ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਹਾੜਾ ਆ ਰਿਹਾ ਨਾ ਭਾਗਾਂ ਵਾਲਿਓ, ਤੇ ਮੈਂ ਕਈ ਵਾਰ ਕਿਹਾ ਕਰਦਾ, ਯਾਦ ਰੱਖਣਾ, ਜਿਸ ਵੇਲੇ ਹਿੰਦੂ ਧਰਮ ਤੇ ਭੀੜ ਪਈ ਨਾ, ਤੇ ਉਸ ਵੇਲੇ ਕਸ਼ਮੀਰੀ ਪੰਡਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੇ ਆਏ। ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਤਿਲਕ ਜੰਝੂ ਤੇ ਧੋਤੀ ਨੂੰ ਖਤਰਾ ਪੈਦਾ ਹੋਇਆ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਂਹ ਫੜ ਲਈ। ਪਿਆਰਿਓ, ਜਦੋਂ ਉਹਨਾਂ ਨੂੰ ਭੀੜ ਪਈ, ਪੰਡਤਾਂ ਨੂੰ ਭੀੜ ਪਈ, ਤੇ ਉਹ ਕਿਹਦੇ ਕੋਲੇ ਆਏ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੇ। ਤੇ ਕਿਵੇਂ ਕਰਨਾ? ਅੱਜ ਦਾ ਅਖੌਤੀ ਸਿੱਖ ਕਵਾਂਗਾ, ਜਿਹੜਾ ਸਿੱਖ ਹੈ ਨਾ, ਜਿਹੜਾ ਗੁਰਮਤ ਨੂੰ ਜਾਣਦਾ ਹੈ, ਉਹ ਨਹੀਂ ਤੇ ਅੱਜ ਦਾ ਅਖੌਤੀ ਸਿੱਖ ਭੀੜ ਪੈ ਜਾਏ ਤੇ ਪੰਡਤਾਂ ਕੋਲੇ ਤੁਰਿਆ ਫਿਰਦਾ ਹੈ। ਕਹਾਣੀ ਪੁੱਠੀ ਹੋ ਗਈ ਨਾ। ਉਹਨਾਂ ਤੇ ਭੀੜ ਪਈ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੇ ਆਏ। ਤੇ ਅੱਜ ਵੀ ਸਿੱਖਾਂ ਦੇ ਘਰ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਅਖਵਾਉਣ, ਗੁਰੂ ਕੋਲੇ ਵੀ ਆਉਣ, ਪਰ ਗੁਰੂ ਤੇ ਭਰੋਸਾ ਨਾ ਹੋਵੇ, ਤੇ ਫਿਰ ਸਿੱਖਾਂ ਦੇ ਘਰਾਂ 'ਚ ਗੱਲਾਂ ਚੱਲਣ ਜੀ, ਗੰਢ ਮੂਲ, ਮੰਗਲੀਕ, ਦਿਨ ਕੱਢ ਦਿਓ। ਇਹਦਾ ਮਤਲਬ ਕੀ ਹੈ? ਕਿ ਅਜੇ ਤੱਕ ਅਸੀਂ ਗੁਰਮਤ ਦੇ ਫਲਸਫੇ ਨੂੰ ਸਮਝਿਆ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਲਗੇ, ਜੇ ਗੁਰੂ ਦੇ ਨਾਲ ਜੁੜ ਗਿਆ ਨਾ, ਫਿਰ ਤੈਨੂੰ ਇਹ ਸਮਝ ਆਏਗੀ ਕਿ ਗੁਰੂ ਸੁਣਦਾ ਆ, ਅਕਾਲ ਪੁਰਖ ਸੁਣਦਾ ਆ, ਮੈਂ ਕਿਸੇ ਦੂਜੇ ਕੋਲੇ ਨਹੀਂ ਜਾਣਾ। ਸਾਡਾ ਮਾਲਕ ਤੇ ਬਹੁਤ ਉੱਚਾ ਹੈ। ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਾਰ ਘਰ ਜਾਤ ਨਾ ਸੋਈ। ਉਹ ਦੂਜੀ ਥਾਵਾਂ ਤੇ ਜਾਂਦਾ ਸ਼ੋਭਾ ਨਹੀਂ ਦਿੰਦਾ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਜਤ ਕਤ ਦੇਖੋ ਤਾਤਾ ਤੁਮ ਹੀ, ਮੋਏ ਇਹ ਵਿਸ਼ਵਾਸ ਹੋਏ ਆਇਓ, ਕਹਿ ਪਹਿ ਕਰੋ ਅਰਦਾਸ ਬੇਨਤੀ, ਜੋ ਸੁਣਤੋ ਹੈ ਰਘੁਰਾਇਓ। ਮੈਂ ਕਿਸੇ ਦੂਜੇ ਦਰ ਤੇ ਕਿਉਂ ਜਾਵਾਂ? ਉਹ ਅਕਾਲ ਪੁਰਖ ਵਾਹਿਗੁਰੂ ਸੁਣਦਾ ਆ। ਉਹ ਮਾਲਕ ਵਾਹਿਗੁਰੂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਾ ਆ। ਤੇ ਅੱਗੇ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਲਹਿਓ ਸਹਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਜਦੋਂ ਗੁਰੂ ਨੇ ਰਹਿਮਤਾਂ ਕਰਕੇ ਬੰਧਨ ਤੋੜ ਦਿੱਤੇ, ਤੇ ਅੰਦਰ ਦੇ ਫਿਕਰ ਤੇ ਝੋਰੇ ਲੱਥ ਗਏ, ਅੰਦਰ ਦਾ ਸਹਿਸਾ ਖਤਮ ਹੋ ਗਿਆ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਸਦਾ ਸਹਿਜ ਸੁਖ ਪਾਇਓ। ਫਿਰ ਜੀਵਨ ਦੀ ਅਡੋਲਤਾ ਮਿਲ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਕਰਮੀ ਸਹਿਜ ਨਾ ਉਪਜੈ। ਇੱਥੇ ਜਿਹੜਾ ਕਰਮੀ ਸ਼ਬਦ ਹੈ ਨਾ ਜੀ, ਇਹਦੇ ਅਰਥ ਨੇ ਵਿਖਾਵੇ ਦੇ ਕੀਤੇ ਹੋਏ ਧਰਮ ਕਰਮ। ਵਿਖਾਵੇ ਦੇ, ਜਿਹਦੇ ਵਿੱਚ ਬੰਦਾ ਵਿਖਾਵੇ ਲਈ ਤੇ ਸਾਰੇ ਕਰਮ ਕਰੀ ਜਾਂਦਾ, ਪਰ ਆਪਣੇ ਜੀਵਨ ਦੀ ਤਬਦੀਲੀ ਨਹੀਂ ਲਿਆ ਰਿਹਾ। ਉਹਨੂੰ ਆਖਿਆ ਇਹ ਉਹ ਕਰਮ ਨੇ ਜਿਹੜੇ ਤੂੰ ਵਿਖਾਵੇ ਲਈ ਕਰ। ਜਿਹਨੂੰ ਮਹਾਰਾਜ ਨੇ ਕਿਹਾ ਕਰਮ ਧਰਮ ਪਾਖੰਡ ਜੋ ਦਿਸੈ, ਵਿਖਾਵੇ ਲਈ। ਕਰਮੀ ਸਹਿਜ ਨਾ ਉਪਜੈ। ਉਹ ਬੰਦੇ ਆ ਜਿੰਨੀ ਦੇਰ ਤੱਕ ਧਰਮ ਦੇ ਕਰਮ ਕੇਵਲ ਵਿਖਾਵੇ ਲਈ ਕਰ ਰਹੇ ਹੈ, ਮੋਹਰ ਲਵਾਉਣ ਲਈ ਕਰ ਰਹੇ, ਵੀ ਕੋਈ ਮੈਨੂੰ ਕਵੇ ਵੀ ਮੈਂ ਧਰਮੀ ਆ। ਮਹਾਰਾਜ ਕਹਿ ਲਗੇ ਕਰਮੀ ਸਹਿਜ ਨਾ ਉਪਜੈ,
ਵਿਣ ਸਹਿਜੈ ਸਹਿਸਾ ਨਾ ਜਾਏ। ਤੇ ਜਿੰਨੀ ਦੇਰ ਤੱਕ ਸਹਿਜ ਨਹੀਂ ਆਏਗਾ ਨਾ ਅਡੋਲਤਾ ਨਹੀਂ ਆਏਗੀ, ਕਿਉਂਕਿ ਅਡੋਲਤਾ ਤੋਂ ਭਾਵ ਹੈ ਦੁੱਖ ਸੁੱਖ ਵਿੱਚ ਇੱਕੋ ਜਿਹਾ ਰਹਿਣਾ। ਜਿੱਥੇ ਜਿਹੋ ਜਿਹਾ ਮਰਜ਼ੀ ਸਮਾਂ ਆ ਜਾਏ, ਮੈਂ ਕਈ ਵਾਰ ਕਿਹਾ ਕਰਦਾ, ਧਿਆਨ ਰੱਖਣਾ, ਦੋ ਤਰ੍ਹਾਂ ਦੇ ਸਿੱਖ ਨੇ। ਜਿਵੇਂ ਦੋ ਤਰ੍ਹਾਂ ਦਾ ਨਾਰੀਅਲ ਹੁੰਦਾ ਹੈ, ਇੱਕ ਕੱਚਾ ਤੇ ਇੱਕ ਪੱਕਾ। ਕੱਚਾ ਨਾਰੀਅਲ ਜਿਹੜਾ ਹੁੰਦਾ ਹੈ ਨਾ, ਉਹਨੂੰ ਬਾਹਰੋਂ ਠਕੋਰ ਮਾਰੋ ਤੇ ਉਹ ਅੰਦਰੋਂ ਵੀ ਟੁੱਟ ਜਾਂਦਾ ਹੈ। ਤੇ ਜਿਹੜਾ ਪੱਕਾ ਨਾਰੀਅਲ ਹੁੰਦਾ ਹੈ ਨਾ ਜੀ, ਉਹਨੂੰ ਬਾਹਰੋਂ ਜਿੰਨੀ ਮਰਜ਼ੀ ਠਕੋਰ ਮਾਰੀ ਜਾਓ, ਅੰਦਰ ਦੀ ਗਿਰੀ ਟੁੱਟਦੀ ਨਹੀਂ। ਮਹਾਰਾਜ ਕਹਿ ਲਏ ਕਿ ਐਵੇਂ ਕੁਝ ਐਸੇ ਹਨ ਜਿਹੜੇ ਕੇਵਲ ਗੁਰੂ ਨਾਲ ਦਾਤਾਂ ਕਰਕੇ ਜੁੜੇ। ਜੇ ਗੁਰੂ ਨੇ ਦੇ ਦਿੱਤਾ ਤੇ ਬਹੁਤ ਵਧੀਆ, ਜੇ ਨਾ ਦਿੱਤਾ ਤੇ ਉਲਾਂਭੇ ਨੇ। ਚੰਗਾ ਚੰਗਾ ਕਰ, ਮੰਨੇ ਮੰਦਾ ਮੰਦਾ ਹੋਏ। ਫਿਰ ਤੇ ਕਹਿ ਦਿੱਤਾ ਮਹਾਰਾਜ ਵਧੀਆ, ਤੇ ਜੇ ਨਹੀਂ ਤੇ ਫਿਰ ਕਈ ਵਾਰ ਕਹਿ ਦਿੱਤਾ ਅਸੀਂ ਤੇ ਰੋਜ਼ ਗੁਰਦੁਆਰੇ ਜਾਂਦੇ ਹਾਂ, ਅਸੀਂ ਤੇ ਆ ਵੀ ਕਰਦੇ ਹਾਂ, ਪਤਾ ਨਹੀਂ ਰੱਬ ਸਾਡਾ ਵੈਰੀ ਹੋ ਗਿਆ। ਇਹ ਕੀ ਹੈ? ਮਾੜਾ ਜਿਹਾ ਦੁੱਖ ਆਇਆ ਤੇ ਗੁਰੂ ਤੋਂ ਭਰੋਸਾ ਟੁੱਟ ਗਿਆ, ਇਹਦਾ ਮਤਲਬ ਉਹ ਕੱਚਾ ਆ। ਤੇ ਜਿਹੜਾ ਪੱਕਾ ਹੁੰਦਾ ਨਾ ਭਾਗਾਂ ਵਾਲਿਓ, ਬਸ ਉਹ ਤੇ ਇੱਕੋ ਹੀ ਅਰਦਾਸ ਕਰਦਾ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਭੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਮਹਾਰਾਜ ਕਹਿ ਲਗੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਬਣ, ਅਜਿਹਾ ਸਿੱਖ ਬਣ। ਗੁਰੂ ਤੇ ਭਰੋਸਾ ਤੇ ਵਿਸ਼ਵਾਸ ਰੱਖ, ਦੁੱਖ ਤੇ ਸੋਖੇ ਆਉਣਗੇ। ਸਮਾਂ ਵੀ ਚੰਗਾ ਮਾੜਾ ਤੇਰੇ ਜੀਵਨ ਵਿੱਚ ਆਏਗਾ। ਇਸ ਕਰਕੇ ਮਹਾਰਾਜ ਕਹਿ ਲਗੇ ਜੇ ਅਡੋਲਤਾ ਨਹੀਂ ਆ ਰਹੀ ਨਾ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਜਿੰਨੇ ਮਰਜੀ ਹੋਰ ਕੰਮ ਕਰੀ ਜਾ, ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਜੇ ਅੰਦਰ ਫਿਕਰ ਚਿੰਤਾ ਝੋਰੇ ਪਏ ਨੇ ਤੇ ਮਹਾਰਾਜ ਕਹਿ ਲਗੇ ਇਹਦਾ ਮਤਲਬ ਹੈ ਜੀ ਅਜੇ ਜਿਹੜਾ ਹਿਰਦਾ ਉਹ ਮਲੀਨ ਹੈ। ਤੇ ਮਹਾਰਾਜ ਕਹਿ ਲਗੇ ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸੈਂਸਾ ਇਮ ਜਾਏ। ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦਾ ਜਿਹੜਾ ਹੈ ਉਹ ਸੈਂਸਾ ਚਿੰਤਾ ਤੇ ਝੋਰੇ ਮੁੱਕ ਜਾਂਦੇ ਨੇ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਕਿ ਜਦੋਂ ਅੰਦਰ ਦੇ ਚਿੰਤਾ ਤੇ ਝੋਰੇ ਮੁੱਕ ਗਏ, ਗੁਰੂ ਨੇ ਬੰਧਨ ਤੋੜ ਦਿੱਤੇ, ਸਦਾ ਸਹਿਜ ਸੁਖ ਪਾਇਓ। ਹੁਣ ਆਤਮਕ ਅਡੋਲਤਾ ਮਿਲ ਗਈ। ਹੋਣਾ ਸਾ ਸੋਈ ਫੁਨ ਹੋਸੀ। ਹੁਣ ਸਮਝ ਆ ਗਈ ਵੀ ਜੋ ਹੋਣਾ ਹੈ ਉਹ ਹੋ ਕੇ ਰਵੇਗਾ। ਵਿਦ ਮਾਲਕ ਦੀ ਬਣਾਈ ਹੈ, ਉਹਨੂੰ ਕੋਈ ਜਿਹੜਾ ਹੈ ਬਦਲ ਨਹੀਂ ਸਕਦਾ। ਦੂਰ ਨਾ ਜਾਈਏ ਭਾਗਾਂ ਵਾਲਿਓ। ਆ ਹੁਣ ਵਰਲਡ ਕੱਪ ਲੰਘ ਕੇ ਗਿਆ ਤੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ। ਕੋਈ ਕਹਿੰਦਾ ਸੀ ਗ੍ਰਹਿਆਂ ਦੀ ਚਾਲ ਬਹੁਤ ਵਧੀਆ ਹੈ, ਹੁਣ ਜਿੱਤੇਗਾ। ਬੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਸੀ, ਪਰ ਜੋ ਹੈ ਉਹ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਤੂੰ ਗਾਣ ਗਣ ਜੋਤ ਕਾਂਢੀ ਕੀਨੀ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਇਹਨਾਂ ਨੂੰ ਤਤ ਦਾ ਨਹੀਂ ਪਤਾ। ਇਹਨੂੰ ਸਮਝ ਲੈ ਕਿ ਜੋ ਹੋਣਾ ਹੈ ਉਹ ਹੋਏਗਾ। ਇਸ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਸੁੱਖ ਦੁੱਖ ਕਹਾਂ ਦਿਖਾਇਓ। ਫਿਰ ਇਹ ਸਮਝ ਆ ਗਈ ਕਿਹੜਾ ਦੁੱਖ ਤੇ ਕਿਹੜਾ ਸੁੱਖ। ਕਿਉਂਕਿ ਜਦੋਂ ਹੁਕਮ ਦੀ ਜ਼ਿੰਦਗੀ ਆ ਗਈ, ਜਦੋਂ ਭਾਣੇ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਖੰਡ ਬ੍ਰਹਿਮੰਡ ਕਾ ਇੱਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਫਿਰ ਇਹ ਸਮਝ ਆ ਗਈ ਕਿ ਜ਼ਰੇ ਜ਼ਰੇ ਦੇ ਵਿੱਚ, ਹਰ ਕਾਇਨਾਤ ਦੇ ਵਿੱਚ ਮਾਲਕ ਵਾਹਿਗੁਰੂ ਦਾ ਟਿਕਾਣਾ ਹੈ। ਸਭ ਗੋਵਿੰਦ ਹੈ, ਸਭ ਗੋਵਿੰਦ ਹੈ, ਗੋਵਿੰਦ ਬਿਨ ਨਹੀਂ ਕੋਏ। ਸੂਤ ਏਕ ਮਨ ਸਤ ਸਹੰਸ, ਜੈਸੇ ਓਟ ਪੋਤ ਪ੍ਰਭ ਸੋਈ। ਜਿਵੇਂ ਮਾਲਾ ਦੇ ਵਿੱਚ ਮਣਕੇ ਨੇ, ਪਰ ਉਹਨਾਂ ਮਣਕਿਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ, ਐਵੇਂ ਉਹ ਮਾਲਕ ਵਾਹਿਗੁਰੂ ਸਾਰਿਆਂ ਵਿੱਚ ਰਮਿਆ ਹੋਇਆ ਹੈ, ਜ਼ਰੇ ਜ਼ਰੇ ਵਿੱਚ ਹੈ। ਸਭੈ ਘਟ ਰਾਮ ਬੋਲੇ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਗੁਰ ਪਰਦਾ ਖੋਲ ਦਿਖਾਇਓ। ਜਦੋਂ ਹਉਮੈ ਰੂਪੀ ਪਰਦਾ ਉਤਰ ਜਾਏ ਤੇ ਫਿਰ ਇਹ ਸੋਝੀ ਆ ਜਾਂਦੀ ਹੈ, ਨੌ ਨਿਧ ਨਾਮ ਨਿਧਾਨ ਇੱਕ ਠਾਈ। ਤੇ ਜਿਹੜਾ ਮਾਲਕ ਵਾਹਿਗੁਰੂ ਦਾ ਨਾਮ ਹੈ ਉਹ ਨੌ ਨਿਧੀਆਂ ਤੋਂ ਵੀ ਉੱਤੇ ਸਿਰੇ ਦਾ ਜਿਹੜਾ ਨਾਮ ਹੈ, ਜਦੋਂ ਉਹ ਮਿਲ ਗਿਆ ਨਾ, ਫਿਰ ਇਹ ਸਮਝ ਆ ਗਈ ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਾਰ ਤਲ ਧਰਿਆ। ਜਿਹੜੇ ਨਾਮ ਜਪਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ,
9 ਨਿਧੀਆਂ ਤੇ 18 ਸਿੱਧੀਆਂ ਤੇ ਉਹਨਾਂ ਦੀਆਂ ਤਲੀਆਂ ਤੇ ਨੇ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਈਤ ਕਿ ਤੋ ਬਾਹਰ ਕੈਠੇ ਜਾਇਓ। ਤੇ ਫਿਰ ਮੈਂ ਕਾਹਦੇ ਲਈ ਕਿਸੇ ਹੋਰ ਕੋਲੇ ਜਾਣਾ, ਕਾਹਦੇ ਲਈ ਕਿਸੇ ਹੋਰ ਕੋਲੇ ਬੇਨਤੀ ਕਰਨੀ। ਇੱਕ ਮਾਲਕ ਵਾਹਿਗੁਰੂ ਹੈ ਜਿਹੜਾ ਸਾਰੀਆਂ ਰਹਿਮਤਾਂ ਕਰਨ ਵਾਲਾ ਹੈ। ਇੱਕ ਹੈ ਕਨਕ ਅਨਕ ਭਾਂਤ ਸਾਜੀ। ਜਿਵੇਂ ਇੱਕ ਸੁਨਾਰ ਸੋਨੇ ਤੋਂ ਕਈ ਤਰ੍ਹਾਂ ਦੇ ਗਹਿਣੇ ਬਣਾ ਦਿੰਦਾ ਹੈ, ਇਵੇਂ ਉਹਨੇ ਜਿਹੜੀ ਹੈ ਇਹ ਕਾਇਨਾਤ ਦੇ ਕਈ ਤਰ੍ਹਾਂ ਦੇ ਜੀਵ ਬਣਾਏ ਹਨ। ਕਹੋ ਨਾਨਕ ਭਰਮ ਗੁਰ ਖੋਈ ਹੈ, ਇਵ ਤਤੈ ਤਤ ਮਿਲਾਇਓ। ਇਸ ਤਰ੍ਹਾਂ ਨਾਨਕ ਜੀ ਆਖਦੇ ਹਨ ਕਿ ਫਿਰ ਅੰਦਰ ਦਾ ਭਰਮ ਟੁੱਟ ਜਾਂਦਾ ਹੈ ਤੇ ਫਿਰ ਤਤੈ ਤਤ ਮਿਲਾਇਓ, ਭਾਵ ਮਾਲਕ ਵਾਹਿਗੁਰੂ ਵਿੱਚ ਜੀਵ ਲੀਨ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨਾ ਕਿ ਜੀਵਨ ਦੀ ਉਹ ਅਵਸਥਾ ਬਣ ਜਾਣੀ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਾ ਨਿੰਦਿਆ ਨਾ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ। ਇਹ ਸ਼ਬਦ ਜਿਉਂਦਿਆਂ ਜੀ ਲਈ ਹੈ ਭਾਗਾਂ ਵਾਲਿਓ। ਜਿਸ ਨੇ ਜਿਉਂਦਿਆਂ ਜੀ ਦੁੱਖ ਹੁੰਦਿਆਂ ਹੋਇਆ ਦੁੱਖ ਨੂੰ ਜਨਾਇਆ ਨਹੀਂ, ਜਿਹੜੇ ਨੂੰ ਵਿਗੜਿਆ ਕਾਮ ਤੇ ਵਿਗੜਿਆ ਕ੍ਰੋਧ ਉਹਨੂੰ ਸਤਾਉਂਦਾ ਨਹੀਂ। ਮਹਾਰਾਜ ਕਹਿ ਲਗੇ ਗੁਰ ਕਿਰਪਾ ਜੇ ਨਰਕੋ ਕੀਨੀ, ਜਿਹਦੇ ਉੱਤੇ ਗੁਰੂ ਨੇ ਰਹਿਮਤਾਂ ਕਰ ਦਿੱਤੀਆਂ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਉਹ ਮਾਲਕ ਨਾਲ ਇੱਕ ਰੂਪ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਇਹ ਵੀ ਬਚਨ ਸਾਨੂੰ ਸਮਝਾਉਂਦੇ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਜਦੋਂ ਅਕਾਲ ਪੁਰਖ ਦੀਆਂ ਰਹਿਮਤਾਂ ਹੋ ਜਾਣ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਫਿਰ ਵਿਕਾਰ ਭੱਜ ਜਾਂਦੇ ਨੇ। ਜਦੋਂ ਪ੍ਰਭੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾਏ, ਬੰਨਨ ਤੋੜ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਹਰੈ ਦੀਨ। ਤੇ ਉਦੋਂ ਬੰਨਨ ਟੁੱਟ ਜਾਂਦੇ ਨੇ। ਵਿਸ਼ੇ ਵਿਕਾਰਾਂ ਤੋਂ ਬੰਦਾ ਜਿਹੜਾ ਬਚ ਜਾਂਦਾ ਹੈ ਕਦੋਂ? ਜਦੋਂ ਹਿਰਦੇ ਵਿੱਚ ਨਾਮ ਆ ਜਾਏ, ਬਾਣੀ ਆ ਜਾਏ, ਗੁਰ ਕੋ ਸ਼ਬਦ ਮੇਰਾ ਹੀਰਾ ਦੀਨ। ਮਹਾਰਾਜ ਜੀ ਕਹਿਣ ਲੱਗੇ ਰੂਪ ਅਨਰੂਪ ਮੇਰੂ ਕਛ ਨਾ ਵਿਚਾਰਿਓ। ਫਿਰ ਉਦੋਂ ਮਾਲਕ ਵਾਹਿਗੁਰੂ ਸੁਚੱਜ ਤੇ ਕੁਚੱਜ ਨਹੀਂ ਵਿਚਾਰਦਾ। ਜਦੋਂ ਗੁਰੂ ਦੀਆਂ ਰਹਿਮਤਾਂ ਹੋ ਜਾਣ ਤਾਂ ਅੱਜ ਦੇ ਮੁਬਾਰਕ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਕਿ ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ ਤੇ ਜਦੋਂ ਗੁਰੂ ਨਾਲ ਮੇਲ ਹੋ ਜਾਏ, ਕਿਉਂਕਿ ਗੁਰੂ ਵਿਚੋਲਾ ਬਣ ਜਾਂਦਾ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ। ਤੇ ਗੁਰੂ ਕੀ ਕਰਦਾ? ਹਰ ਨਾਮੋ ਮੰਤਰ ਦ੍ਰਿੜਾਇੰਦਾ। ਗੁਰੂ ਹਰੀ ਦੇ ਨਾਮ ਦਾ ਮੰਤਰ ਬਖਸ਼ ਦਿੰਦਾ। ਸਾਡੇ ਲਈ ਕੋਈ ਬਾਹਰੀ ਮੰਤਰ ਨਹੀਂ ਹੈ। ਮੰਤਰ ਰਾਮ ਰਾਮ ਨਾਮ, ਹਰ ਨਾਮੋ ਮੰਤਰ ਦ੍ਰਿੜਾਇੰਦਾ। ਕੱਟੇ ਹੋਮੈ ਰੋਗ ਜਨ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰੂ ਰਹਿਮਤਾਂ ਕਰਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੁਹਾਡੇ ਤੇ ਮੇਰੇ ਤੇ ਰਹਿਮਤਾਂ ਕਰਨ। ਅਸੀਂ ਵੀ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੇ ਬੰਧਨ ਵਿਸ਼ੇ ਵਿਕਾਰਾਂ ਨੂੰ ਖਤਮ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰਮਤਿ ਵਿਚਾਰਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ, ਖਿਮਾ ਕਰਨਾ।